ਮੰਨਿਆ ਕਿ ਅਸੀਂ ਰੋੜੇ ਆ ਪਰ ਵੱਜਾਂਗੇ ਸਿੱਧਾ ਸਿਸਟਮ ਦੇ ਮੱਥੇ 'ਚ। ਸਿਸਟਮ ਹਰ ਥਾਂ ਦੇ ਉੱਤੇ, ਚਾਹੇ ਅਦਾਲਤਾਂ ਹੋਣ, ਚਾਹੇ ਡੀਜੀਪੀ ਦਾ ਦਫ਼ਤਰ ਹੋਵੇ, ਏਜੀ ਦਾ ਦਫ਼ਤਰ ਹੋਵੇ, ਇਨਸਾਫ ਨਾਂ ਦੀ ਚੀਜ਼ ਕੋਈ ਨਹੀਂ। ਡੀਜੀਪੀ ਰੈਂਕ ਦੇ ਅਫਸਰ ਨੂੰ ਚੈਲੰਜ ਕੀਤਾ ਕਿ ਤੂੰ ਕਰਪਟ ਹੈ, ਤੂੰ ਗੁਨਾਹਗਾਰ ਹੈ। ਸ਼ਰੇਆਮ ਲਿਖਿਆ ਹੋਇਆ ਵੀ ਤੇਰੇ ਕਰਕੇ ਜਿਹੜਾ ਇਹ ਸਾਰਾ ਕੁਝ ਹੋਇਆ। ਇਹ ਰੌਲਾ ਪਿਆ ਸੀ ਉਦੋਂ ਵੀ 100 ਕਰੋੜ ਦੀ ਡੀਲ ਹੋਈ ਹੈ। ਕਿਹੜੇ ਦਸਤਾਵੇਜ਼ ਨੇ ਜਿਹੜੇ ਤੁਹਾਡੇ ਹੱਥ ਜਦੋਂ ਲੱਗੇ ਤੁਹਾਨੂੰ ਲੱਗਿਆ ਯਾਰ ਇਹ ਤਾਂ ਬਹੁਤ ਵੱਡੀ ਬੇਇਨਸਾਫੀ ਹੋ ਗਈ। ਜਿਹੜੀ ਗੱਲ ਤੋਂ ਅਸੀਂ ਪੀੜਤ ਹੈ, ਜੇ ਉਸ ਗੱਲ ਤੋਂ ਇੱਕ ਡੀਜੀਪੀ ਵੀ ਪੀੜਤ ਹੈ ਤਾਂ ਇਹਨੂੰ ਇੱਕ ਮੈਂ ਚੰਗੇ ਸ਼ਗਨ ਵਾਸਤੇ ਵੇਖ ਰਿਹਾ, ਇੱਕ ਚੰਗਾ ਸੰਕੇਤ ਵਾਸਤੇ ਵੇਖ ਰਿਹਾ। ਜੇ ਕਿਸੇ ਦੀ ਵੀ ਅੱਖਾਂ 'ਚ ਅੱਖਾਂ ਪਾਉਣ ਵਾਸਤੇ ਅਸੀਂ ਇਕੱਲੇ ਤਿਆਰ ਸੀ, ਪਰ ਅੱਜ ਬੈਂਸ ਸਾਹਿਬ ਨੇ ਇਹਦੀ ਸ਼ੁਰੂਆਤ ਆਪਣੇ ਆਪ ਕਰ ਦਿੱਤੀ ਹੈ। ਅੱਗੇ ਕਿਹੜਾ ਸੀ ਬਹੁਤ ਫੁੱਲਾਂ ਦੀ ਸੇਜ ਤੇ ਪਏ, ਅੱਗੇ ਵੀ ਤਾਂ ਕੰਡਿਆਂ ਤੇ ਚੱਲ ਰਹੇ ਹਾਂ। ਉਸ ਕਰਕੇ ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਗਾ। ਗੱਲਾਂ ਹੋਰ ਕਰਦੇ ਆ, ਜਾਂ ਤਾਂ ਪਹਿਲਾਂ ਹੀ ਵਿਕ ਕੇ ਆਪਣੇ ਰਸਤੇ ਛੱਡ ਜਾਂਦੇ ਆ, ਜਾਂ ਗਾਂਹ ਜਾ ਕੇ ਜਦੋਂ ਪਾਵਰਾਂ ਹੋ ਜਾਂਦੀਆਂ ਉਦੋਂ ਸਿਸਟਮ ਦੇ ਨਾਲ ਜਿਹੜੇ ਹੈਗੇ ਮਿਕਸਅਪ ਹੋ ਜਾਂਦੇ ਆ। ਤੇ ਬਹੁਤ ਵੱਡੇ ਬੰਦੇ ਹੈਗੇ ਆ। ਹਾਈਲਾਈਟ ਇਸ ਕਰਕੇ ਨਹੀਂ ਹੋਇਆ ਕਿ ਕ੍ਰਾਈਮ ਤਾਂ ਹੈਗਾ ਹੀ ਹੈਗਾ ਬਹੁਤ ਵੱਡਾ, ਸਾਡੇ ਵੀ ਇਮਤਿਹਾਨ ਬਾਕੀ ਨੇ। ਅਸੀਂ ਵੀ ਦੇਖਣਾ ਸਾਡੇ ਤੇ ਕਿੰਨੇ ਵਾਰ ਹੋਣਗੇ। ਵਾਰ ਇਕੱਲੇ ਸੱਟ ਫੇਟ ਦਾ ਜਾਂ ਪਿਸਤੌਲ ਬੰਦੂਕ ਦਾ ਨਹੀਂ ਹੁੰਦਾ, ਵਾਰ ਪੈਸੇ ਦਾ ਵੀ ਹੁੰਦਾ, ਵਾਰ ਕਰਪਸ਼ਨ ਦਾ ਹੁੰਦਾ, ਵਾਰ ਲਾਲਚ ਦਾ ਹੁੰਦਾ, ਵਾਰ ਜਿਹੜੀਆਂ ਅਹੁਦਿਆਂ ਦਾ ਹੁੰਦਾ। ਜੇ ਇਹ ਜ਼ੁਬਾਨ ਨਾ ਚਲਾਉਂਦੇ ਤੇ ਅਸੀਂ ਕਿਰਪਾਨ ਕੱਢ ਕੇ ਫੜਾਂਗੇ ਤਾਂ ਉਹਦੀ ਵੈਲਿਊ ਕੋਈ ਨਹੀਂ ਹੈਗੀ। ਜੇ ਕਿਰਪਾਨ ਚਲਾਉਣਗੇ ਤਾਂ ਕਿਰਪਾਨ ਵੇਖਾਂਗੇ। ਅੱਜ ਜ਼ੁਬਾਨ ਦੀ ਗੱਲ ਹੈ ਤਾਂ ਜ਼ੁਬਾਨ ਵੇਖਾਂਗੇ। ਪੁਰਾਣੀਆਂ ਸਰਕਾਰਾਂ ਨੇ ਜੋ ਤੁਹਾਡੇ ਨਾਲ ਕੀਤਾ, ਮੌਜੂਦਾ ਸਰਕਾਰ ਦੇ 6 ਮਹੀਨੇ ਹੋ ਗਏ। ਇਹ ਸਰਕਾਰ ਤੋਂ ਤਸੱਲੀ ਹੈ ਕਿ ਸਹੀ ਦਿਸ਼ਾ ਵੱਲ ਵਧ ਰਹੇ। ਲੋੜ ਪੈਣ ਤੇ ਤਾਂ ਇਲੈਕਸ਼ਨ ਵਿੱਚ ਵੀ ਬਲਵਿੰਦਰ ਸਿੰਘ ਦਾ ਨਾਮ ਲਿਆ ਜਾ ਰਿਹਾ ਕਿ ਮੰਤਰੀ ਨੇ ਤਾਂ ਉਹ ਦਬਕੇ ਮਾਰੇ ਉਹਨੂੰ। ਅਜੇ ਮਹੀਨਾ 20 ਦਿਨ ਪਹਿਲਾਂ ਫੇਰ ਇੱਕ ਦਿਨ ਕਹਿ ਰਿਹਾ ਸੀ ਭਗਵੰਤ ਸਿੰਘ ਮਾਨ ਵੀ ਜਿਹੜਾ ਮੰਤਰੀ ਦਬਕੇ ਮਾਰਦਾ ਸੀਗਾ, ਉਦੋਂ ਤਾਂ ਮੈਂ ਯਾਦ ਆਉਂਦਾ। ਠੀਕ ਹੈ, ਤੇ ਜਦੋਂ ਕੋਈ ਮੇਰੇ ਬੈਨੀਫਿਟਸ ਨੇ ਜਾਂ ਕੋਈ ਮੇਰੇ ਹੱਕ ਮਾਰੇ ਗਏ ਉਦੋਂ ਮੇਰੀ ਯਾਦ ਨਹੀਂ ਆਉਂਦੀ। ਇਹਨਾਂ ਨੂੰ ਉਹ ਚਾਹੀਦਾ ਜਿਹੜਾ ਲਾਲ ਆਪ ਆ ਕੇ ਇਹਨਾਂ ਦੀ ਭਾਸ਼ਾ ਬੋਲੇ, ਇਹਨਾਂ ਦੇ ਮਤਲਬ ਗੋਡਿਆਂ 'ਚ ਬੈਠੇ, ਜਾਂ ਜਿਹੜਾ ਕੰਮ ਇਹ ਜਾਣਦੇ ਆ ਉਹੀ ਭਾਸ਼ਾ ਸਮਝਦੇ ਨੇ। ਉਹ ਭਾਸ਼ਾ ਸਾਨੂੰ ਨਹੀਂ ਆਉਂਦੀ। ਜੇ ਅਦਾਲਤਾਂ ਵੀ ਮਾੜਾ ਕਰ ਰਹੀਆਂ, ਹਾਈ ਕੋਰਟ ਨੂੰ ਵੀ ਤੁਸੀਂ ਚੈਲੰਜ ਕੀਤਾ, ਡੀਜੀਪੀ ਦੇ ਦਫ਼ਤਰ ਨੂੰ ਵੀ ਚੈਲੰਜ ਕੀਤਾ, ਏਜੀ ਦੇ ਦਫ਼ਤਰ ਨੂੰ ਵੀ ਚੈਲੰਜ ਕੀਤਾ, ਫਿਰ ਜਿਹੜੀ ਇਹ ਚੀਜ਼ ਦੀ ਲੜਾਈ ਆਵਾਜ਼ ਬੁਲੰਦ ਕਰ ਰਹੇ ਹੋ, ਫਿਰ ਸੁਣੂਗਾ ਕੌਣ, ਇਨਸਾਫ ਦੇਊਗਾ ਕੌਣ ਜੇ ਸਾਰੇ ਹੀ ਕਰਪਟ ਹੈ। ਇਹ ਕਿਹੜਾ ਰਜਵਾੜੇ ਉਹ ਪੈਦਾ ਹੋ ਕੇ ਆਏ ਵੀ ਜਿਨ੍ਹਾਂ ਨੇ ਮੁੜ ਕੇ ਵੋਟ ਨਹੀਂ ਲੈਣੀ। ਇਹਨਾਂ ਨੇ ਤਾਂ ਭੀਖ ਮੰਗਣੀ ਆਉਣੀ ਹੈ। ਫਿਰ ਆਈ ਖੜੀ 2 ਸਾਲਾਂ ਬਾਅਦ 24 ਵਾਲੀ ਭੀਖ ਮੰਗਣ ਵਾਲੀ। ਲੜਾਈ ਦਾ ਰੂਪ ਇਹੀ ਰਹੇਗਾ ਜਾਂ ਵਿਧਾਨ ਸਭਾ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਵੀ ਚੜ੍ਹਨੀਆਂ ਪੈ ਗਈਆਂ ਤਾਂ ਚੜੋਗੇ। 2-2 ਟਕੇ ਦੇ ਘਟੀਆ ਬੰਦੇ ਚੜ ਸਕਦੇ ਆ। ਜੇ ਇਹਨਾਂ ਵਾਸਤੇ ਪੌੜੀਆਂ ਬਣੀਆਂ ਹੋਈਆਂ ਤਾਂ ਫਿਰ ਸਾਡੇ ਵਰਗੇ ਲੋਕਾਂ ਵਾਸਤੇ ਕਿਹੜਾ ਪੌੜੀਆਂ ਨੂੰ ਪ੍ਰੋਬਲਮ ਹੈ। ਇੱਕ ਥਾਂ ਤੇ ਪੰਜਾਬੀ ਫਿਲਮ ਦਾ ਮੈਂ ਪੋਸਟਰ ਪੜ੍ਹਿਆ ਸੀ ਜਿਸ ਤੇ ਲਿਖਿਆ ਸੀ ਕਿ ਮੰਨਿਆ ਕਿ ਅਸੀਂ ਰੋੜੇ ਆ ਪਰ ਵੱਜਾਂਗੇ ਸਿੱਧਾ ਸਿਸਟਮ ਦੇ ਮੱਥੇ 'ਚ। ਇੱਕ ਰੋੜਾ ਪੰਜਾਬ ਦੇ ਵਿੱਚ ਹੋਰ ਸਾਡੀ ਨਜ਼ਰੇ ਨਜ਼ਰ ਆ ਰਿਹਾ ਜਿਹੜਾ ਸਿਸਟਮ ਦੇ ਮੱਥੇ 'ਚ ਵੱਜਦਾ। ਉਹ ਨੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ। ਉਹਨਾਂ ਨਾਲ ਅਸੀਂ ਗੱਲ ਕਰਾਂਗੇ ਕਿ ਉਹ ਚਾਹੁੰਦੇ ਕੀ ਨੇ। ਸੇਖੋਂ ਸਾਹਿਬ, ਸਭ ਤੋਂ ਪਹਿਲਾਂ ਤੇ ਅੱਜ ਦੇ ਮਕਸਦ ਬਾਰੇ ਗੱਲ ਕਰੀਏ ਕਿ ਮੈਂ ਪੰਜਾਬੀ ਮੰਚ ਤੋਂ ਜਿਹੜਾ ਕੁਝ ਅੱਜ ਤੁਸੀਂ ਕੱਢ ਕੇ ਲਿਆਂਦਾ, ਜਿਹੜੇ ਦਸਤਾਵੇਜ਼ ਲੈ ਆਂਦੇ ਕਿ ਇੱਕ ਡੀਜੀਪੀ ਨੂੰ ਚਿੱਠੀ ਲਿਖਦਾ ਜਿਸ ਦੇ ਵਿੱਚ ਸਿਸਟਮ ਹਰ ਥਾਂ ਦੇ ਉੱਤੇ, ਚਾਹੇ ਅਦਾਲਤਾਂ ਹੋਣ, ਚਾਹੇ ਡੀਜੀਪੀ ਦਾ ਦਫ਼ਤਰ ਹੋਵੇ, ਏਜੀ ਦਾ ਦਫ਼ਤਰ ਹੋਵੇ, ਇਨਸਾਫ ਨਾਂ ਦੀ ਚੀਜ਼ ਕੋਈ ਨਹੀਂ, ਤੇ ਫਿਰ ਇਨਸਾਫ ਮਿਲੂ ਕਿੱਦਾਂ? ਮੇਰਾ ਵੀ ਇਹੀ ਸਵਾਲ ਹੈ ਜੀ। ਸਵਾਲ ਜੇ ਇਨਸਾਫ ਮਿਲਦਾ ਹੁੰਦਾ ਤਾਂ ਫਿਰ ਇਹਨਾਂ ਦੇ ਖਿਲਾਫ ਖੜੇ ਹੋਣ ਦੀ ਲੋੜ ਕੀ ਸੀਗੀ? ਡੀਜੀਪੀ ਨੂੰ ਡੀਜੀਪੀ ਵਾਲੀ ਗੱਲ ਤਾਂ ਚਲੋ ਨਵੀਂ ਆਈ ਹੈ, ਚੰਗੀ ਗੱਲ ਹੈ, ਨਵੇਂ ਰੁਝਾਨ ਹੈ। ਜਿਵੇਂ ਤੁਸੀਂ ਕਿਹਾ ਸੀ ਵੀ ਰੋੜਾ ਇੱਕ ਮੱਥੇ 'ਚ ਵੱਜਣ ਵਾਲਾ ਆ ਗਿਆ, ਤੇ ਇਹ ਅਫਸਰ ਵੀ ਤਾਂ ਕੱਲ੍ਹ ਨੂੰ ਰੋੜੇ ਸਾਬਤ ਹੋ ਸਕਦੇ ਆ ਜਿਹੜੀ ਇੰਨੀ ਜ਼ਰੂਰਤ ਰੱਖਦਾ ਕੋਈ ਅਫਸਰ ਹੈ। ਬਾਈ ਚਾਂਸ ਮੈਂ ਪਹਿਲਾਂ ਵੀ ਬਹੁਤ ਵਾਰੀ ਇਹਨਾਂ ਬਾਰੇ ਕਹਿੰਦਾ ਹੁੰਦਾ ਕਿ ਇੱਕੋ ਹੀ ਅਫਸਰ ਪੰਜਾਬ ਪੁਲਿਸ ਕੋਲ ਬਚਿਆ ਜਿਹਨੂੰ ਕੋਈ ਜਦੋਂ ਵੀ ਇਹ ਕੋਈ ਚੰਗੇ ਕੰਮ ਵਾਸਤੇ ਵਰਤਣਾ ਹੁੰਦਾ ਵਰਤ ਲੈਂਦੇ, ਪਰ ਚੰਗਾ ਕੰਮ ਸਿਰੇ ਨਹੀਂ ਚੜਾਉਣ ਦਿੰਦੇ। ਤੇ ਕਦੇ ਮੌਕਾ ਆ ਵੀ ਜਾਊਗਾ, ਇਹ ਨਹੀਂ ਹੁੰਦਾ ਕਿ ਕਦੇ ਮੌਕੇ ਨਹੀਂ ਆਉਂਦੇ ਹੁੰਦੇ। ਹਾਲਾਤ ਬਦਲਣ ਲੱਗਿਆ ਬਹੁਤਾ ਫਰਕ ਨਹੀਂ ਲੱਗਦਾ ਹੁੰਦਾ। ਹੁਣ ਹਰ ਵਾਰ ਚੰਗਾ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਡੈਪੂਟੇਸ਼ਨ 'ਤੇ ਫਿਰ ਦੁਬਾਰਾ ਵਾਪਸ ਜਾਣਾ ਪੈਂਦਾ, ਲਿਖ ਕੇ ਦੇਣਾ ਪੈਂਦਾ ਕਿ ਮਤਲਬ ਮੈਨੂੰ ਇੱਥੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਪਰ ਇਹ ਸਮਾਂ ਜਦੋਂ ਬਦਲ ਗਿਆ ਉਦੋਂ ਪਤਾ ਨਹੀਂ ਕਿੱਥੋਂ ਲੱਭ ਕੇ ਲੈ ਆਵਾਂਗੇ। ਉਦੋਂ ਕੀ ਪਤਾ ਨੌਕਰੀ 'ਚ ਵੀ ਨਾ ਹੋਣਗੇ ਤਾਂ ਵੀ ਲੈ ਆਵਾਂਗੇ, ਕਿਉਂਕਿ ਜਿਹੜਾ ਬੰਦਿਆਂ ਦੀ ਵਿਲ ਮਜ਼ਬੂਤ ਹੁੰਦੀ ਹੈ ਉਹ ਵੀ ਕੁਝ ਕਰ ਸਕਦੇ ਹੁੰਦੇ ਆ। ਤਾਂ ਇੱਥੋਂ ਹੀ ਬਹੁਤ ਵੱਡੀ ਗੱਲ ਹੈ, ਸਾਨੂੰ ਚੰਗਾ ਇੱਕ ਹੋਰ ਹੌਸਲਾ ਮਿਲਿਆ, ਇੱਕ ਰਿਸਪੈਕਟ ਤਾਂ ਉਹਨਾਂ ਦੀ ਪਹਿਲਾਂ ਅਸੀਂ ਕਰਦੇ ਹੀ ਸੀ, ਅੱਜ ਉਹਨਾਂ ਦਾ ਕੱਦ ਉਸ ਤੋਂ ਕਈ ਗੁਣਾ ਵੱਡਾ ਹੋ ਗਿਆ ਜਦੋਂ ਉਹਨਾਂ ਨੇ ਆਪਣੇ ਸਾਹਮਣੇ ਡੀਜੀਪੀ ਰੈਂਕ ਦੇ ਅਫਸਰ ਨੂੰ ਚੈਲੰਜ ਕੀਤਾ ਕਿ ਤੂੰ ਕਰਪਟ ਹੈ, ਤੂੰ ਗੁਨਾਹਗਾਰ ਹੈ। ਉਹਨੇ ਸ਼ਰੇਆਮ ਲਿਖਿਆ ਹੋਇਆ ਵੀ ਤੇਰੇ ਕਰਕੇ ਜਿਹੜਾ ਇਹ ਸਾਰਾ ਕੁਝ ਹੋਇਆ, ਇਹਦੇ ਜਵਾਬ ਦੇ। ਔਰ ਉਹ ਬੰਦਾ ਜਵਾਬ ਮੰਗਣ ਵੀ ਜਾਣਦਾ। ਆਉਣ ਵਾਲੇ ਸਮੇਂ ਜਦੋਂ ਹਾਲਾਤ ਅਨੁਕੂਲ ਹੋਣਗੇ ਉਹਨੇ ਜਵਾਬ ਮੰਗਣੇ ਵੀ। ਜਿਹੜਾ ਅੱਜ ਮੰਗ ਸਕਦਾ ਉਹ ਕੱਲ੍ਹ ਨੂੰ ਕਿਉਂ ਨਹੀਂ ਮੰਗੂਗਾ ਜਦੋਂ ਹਾਲਾਤ ਡਿਫਰੈਂਟ ਹੋਣਗੇ। ਤਾਂ ਇਹ ਜਿਹੜੇ ਆ ਭਾਵਰੇ ਭੋਵਰੇ ਇੱਥੇ ਤੁਰੇ ਫਿਰਦੇ ਬਣ ਕੇ ਡੀਜੀਪੀ, ਉਹਨਾਂ ਦੇ ਕਰੈਕਟਰ ਜਿਹੜੇ ਆ ਤੁਹਾਡੇ ਸਾਹਮਣੇ ਆ ਰਹੇ ਆ। ਕਹਿਣ ਨੂੰ ਕੱਲ੍ਹ ਕੋਈ ਗੱਲ ਕਰ ਰਿਹਾ ਸੀ, ਬੜੇ ਇਮਾਨਦਾਰ ਡੀਜੀਪੀ ਸਾਹਿਬ ਨੇ, ਤੇ ਸਾਨੂੰ ਤਾਂ ਪਹਿਲਾਂ ਹੀ ਰੌਲਾ ਪਿਆ ਸੀ ਉਦੋਂ ਵੀ 100 ਕਰੋੜ ਦੀ ਡੀਲ ਹੋਈ ਹੈ, ਤੇ ਤਾਂ ਜਿਹੜਾ ਰਿਮਾਂਡ ਨਹੀਂ ਲਿਆ ਗਿਆ। ਕਾਗਜ਼ਾਂ ਦੇ ਥਰੂ ਹੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਹੈ ਕਿਹੜੇ ਦਸਤਾਵੇਜ਼ ਨੇ ਜਿਹੜੇ ਤੁਹਾਡੇ ਹੱਥ ਜਦੋਂ ਲੱਗੇ ਤੁਹਾਨੂੰ ਲੱਗਿਆ ਯਾਰ ਇਹ ਤਾਂ ਬਹੁਤ ਵੱਡੀ ਬੇਇਨਸਾਫੀ ਹੋ ਗਈ ਕਿ ਇੱਕ ਡੀਜੀਪੀ ਨੇ ਜਦੋਂ ਲਿਖ ਕੇ ਦੇ ਦਿੱਤਾ ਦੂਜੇ ਡੀਜੀਪੀ ਨੂੰ ਕਿ ਮੈਨੂੰ ਇਸ ਕੇਸ ਦੇ ਵਿੱਚ ਮੈਂ ਬਹੁਤ ਕੁਝ ਜਿਹੜਾ ਤੁਹਾਨੂੰ ਦੇ ਸਕਦਾ, ਪ੍ਰੋਵਾਈਡ ਕਰਵਾ ਸਕਦਾ, ਫਿਰ ਕਿਉਂ ਨਹੀਂ ਉਹਨੂੰ ਕੰਸੀਡਰ ਕੀਤਾ? ਉਹੀ ਨਾ, ਇਹ ਤਾਂ ਮੈਂ ਗੱਲ ਕਰ ਰਿਹਾ। ਜਿਹੜੀ ਗੱਲ ਅਸੀਂ ਕਹਿ ਰਹੇ ਹਾਂ, ਜਿਹੜੀ ਗੱਲ ਤੋਂ ਅਸੀਂ ਪੀੜਤ ਹੈ, ਜੇ ਉਸ ਗੱਲ ਤੋਂ ਇੱਕ ਡੀਜੀਪੀ ਵੀ ਪੀੜਤ ਹੈ ਤਾਂ ਇਹਨੂੰ ਇੱਕ ਮੈਂ ਚੰਗੇ ਸ਼ਗਨ ਵਾਸਤੇ ਵੇਖ ਰਿਹਾ, ਇੱਕ ਚੰਗਾ ਸੰਕੇਤ ਵਾਸਤੇ ਵੇਖ ਰਿਹਾ ਕਿ ਕਿਉਂਕਿ ਸਟਰੈਂਥ ਵਧ ਰਹੀ ਹੈ ਉਹਨਾਂ ਲੋਕਾਂ ਦੀ। ਇਸ ਦੇ ਵਿੱਚ 2 ਵੱਡੀਆਂ ਘਟਨਾਵਾਂ, ਇੱਕ ਡੀਜੀਪੀ ਦਾ
ਕਿਸੇ ਵੀ ਸਮੇਂ ਸੱਚ ਦੇ ਨਾਲ ਖੜੇ ਹੋਣਾ ਆਊਗਾ। ਇੱਕ ਵਕੀਲ ਸਾਹਿਬ ਬਹਿ ਕੇ ਗਏ ਆ, ਰਾਜਵਿੰਦਰ ਸਿੰਘ ਬੈਂਸ, ਜੋ ਲਫ਼ਜ਼ ਉਹ ਅੱਜ ਜੁਡੀਸ਼ਰੀ ਬਾਰੇ ਕਹਿ ਕੇ ਗਏ ਆ, ਅਸੀਂ ਉਮੀਦ ਨਹੀਂ ਕਰਦੇ ਸੀਗੇ, ਕਿਉਂਕਿ ਉਹ ਪ੍ਰੋਫੈਸ਼ਨਲ ਦੇ ਤੌਰ ਤੇ ਵਕੀਲ ਨੇ ਤੇ ਵਕੀਲਾਂ ਨੇ ਅਦਾਲਤਾਂ ਦੇ ਸਾਹਮਣੇ ਪੇਸ਼ ਹੋਣਾ ਹੁੰਦਾ, ਪਰ ਉਹਨਾਂ ਨੇ ਪੰਜਾਬ ਦੇ ਪੁੱਤ ਹੋਣ ਦਾ ਜਿਹੜਾ ਉਹ ਮਤਲਬ ਇੱਕ ਰੋਲ ਅਦਾ ਕੀਤਾ। ਉਹਨਾਂ ਨੇ ਉਹ ਚੀਜ਼ ਵਿਖਾਈ ਹੈ ਕਿ ਜਸਟਿਸ ਅਜੀਤ ਸਿੰਘ ਬੈਂਸ ਜਿਹੜਾ ਹੈਗਾ, ਉਹਦਾ DNA ਜਿਹੜਾ ਹੈਗਾ ਉਸ ਤੋਂ ਵੀ ਪਿਓਰ ਹੋ ਕੇ ਗਿਆ ਹੋਇਆ। ਉਹ ਆਉਣ ਵਾਲੇ ਸਮੇਂ ਵਿੱਚ ਇਹ ਜਿਹੜਾ ਮੈਂ ਪੰਜਾਬੀ ਮੰਚ ਦੀ ਸਿਰਜਣਾ ਜਿਹੜੀ ਹੈਗੀ ਹੈ ਰਾਜਵਿੰਦਰ ਸਿੰਘ ਬੈਂਸ ਉਹਨਾਂ ਦੀ ਹੈ, ਅਸੀਂ ਤਾਂ ਸਿਪਾਹੀ ਉਹਨਾਂ ਦੇ। ਤਾਂ ਜਦੋਂ ਵੀ ਉਹ ਜਿਸ ਤਰ੍ਹਾਂ ਦੇ ਮੌਕਾ ਮਿਲੂਗਾ, ਜਿਸ ਤਰ੍ਹਾਂ ਦੇ ਉਹ ਡਾਇਰੈਕਸ਼ਨ ਦੇਣਗੇ, ਉਹਦੇ ਮੁਤਾਬਕ ਜਿਹੜਾ ਹੈਗਾ ਕਿਸੇ ਦੀ ਵੀ ਅੱਖਾਂ 'ਚ ਅੱਖਾਂ ਪਾਉਣ ਵਾਸਤੇ ਅਸੀਂ ਇਕੱਲੇ ਤਿਆਰ ਸੀ, ਪਰ ਅੱਜ ਬੈਂਸ ਸਾਹਿਬ ਨੇ ਇਹਦੀ ਸ਼ੁਰੂਆਤ ਆਪਣੇ ਆਪ ਕਰ ਦਿੱਤੀ ਹੈ। ਜੋ ਕੁਛ ਉਹਨਾਂ ਨੇ ਅੱਜ ਹਾਈ ਕੋਰਟ ਦੀ ਅਥਾਰਟੀ ਨੂੰ ਚੈਲੰਜ ਕਰਦਿਆਂ ਹੋਇਆ ਬੋਲਿਆ, ਤੇ ਅਸੀਂ ਤਾਂ ਉਸ ਤੋਂ ਵੱਧ ਉਹਨੂੰ ਇੰਡੋਰਸ ਕਰਦੇ ਹਾਂ। ਮੈਨੂੰ ਤਾਂ ਉਸ ਤੋਂ ਬਾਅਦ ਬੋਲਣ ਦੀ ਕੋਈ ਲੋੜ ਹੀ ਨਹੀਂ ਸੀ, ਪਰ ਇਸ ਦੇ ਬਾਵਜੂਦ ਵੀ ਮੈਂ ਉਹਨਾਂ ਨੂੰ ਸਾਈਡ ਤੇ ਕਰਦਾ। ਮੰਚ ਪਹਿਲਾਂ ਵੀ ਬਹੁਤ ਬਣੇ ਆ ਪੰਜਾਬ ਦੇ ਅੰਦਰ, ਕੋਈ ਕਿਸੇ ਮਕਸਦ ਨੂੰ ਲੈ ਕੇ ਬਣਿਆ, ਕੋਈ ਕਿਸੇ ਮਕਸਦ ਨੂੰ। ਜਿਹੜਾ ਇਹ ਮੰਚ ਹੈ, ਜਿਵੇਂ ਹਾਈ ਕੋਰਟ ਨੂੰ ਦੇ ਇੱਕ ਭੂਮਿਕਾ ਨੂੰ ਵੀ ਚੈਲੰਜ ਕੀਤਾ ਗਿਆ, ਚਾਹੇ ਇੱਕ ਬਤੌਰ ਵਕੀਲ ਨੇ ਕੀਤਾ, ਚਾਹੇ ਤੁਸੀਂ ਸਾਬਕਾ ਅਫਸਰ ਹੋ, ਬੋਲਣ ਵਾਲੇ ਹੋ। ਇਹ ਜਿਹੜੇ ਚੈਲੰਜ ਕੀਤੇ ਜਾ ਰਹੇ, ਇਸ ਦੇ ਨਾਲ ਜਿਹੜੀਆਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਭੁਗਤਣਾ ਪੈ ਸਕਦਾ, ਉਹਦੇ ਲਈ ਤਿਆਰ ਹੋ? ਪਹਿਲਾਂ ਹੀ ਭੁਗਤੀ ਜਾਂਦੇ, ਜਦ ਸਮਾਂ ਅਗਲਾ ਆਊਗਾ ਬਾਅਦ 'ਚ ਵੇਖ ਲਾਂਗੇ। ਅੱਗੇ ਕਿਹੜਾ ਅਸੀਂ ਬਹੁਤ ਫੁੱਲਾਂ ਦੀ ਸੇਜ ਤੇ ਪਏ, ਅੱਗੇ ਵੀ ਤਾਂ ਕੰਡਿਆਂ ਤੇ ਚੱਲ ਰਹੇ ਹਾਂ, ਇਸ ਕਰਕੇ ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੈਗਾ। ਤੇ ਮੰਚ ਤਾਂ ਬਣਾਉਣੇ ਪੈਂਦੇ, ਕਿ ਰਸਤਾ ਹੀ ਇਹ ਹੈ, ਹੱਲ ਹੀ ਕੋਈ ਨਹੀਂ ਹੋ ਰਿਹਾ ਹੋਗਾ। ਹੁਣ ਪੋਲੀਟੀਕਲ ਪਾਰਟੀਆਂ ਬਣਦੀਆਂ, ਸਰਕਾਰਾਂ ਬਣਾਉਂਦੀਆਂ, ਫਿਰ ਜੋ ਭਾਵੇਂ ਗੰਦ ਪਾਉਣ ਕੁਝ ਵੀ, ਪ੍ਰੋਸੀਜਰ ਤਾਂ ਹੈ ਨਾ, ਇੱਕ ਲੋਕਤੰਤਰਕ ਸਿਸਟਮ ਹੈ, ਸੰਵਿਧਾਨਕ ਸਿਸਟਮ ਹੈ, ਉਹਦੇ 'ਚ ਹੁਣ ਅਸੀਂ ਆਪਣੀ ਗੱਲ ਕਰਨ ਵਾਸਤੇ ਕੋਈ ਪਲੇਟਫਾਰਮ ਤਾਂ ਖੜਾ ਕਰਾਂਗੇ ਨਾ। ਉਸ ਕਰਕੇ ਉਹ ਜਿਹੜਾ ਮੰਚ ਹੈਗਾ, ਕਿਉਂਕਿ ਬਹੁਤ ਆਮ ਤੌਰ 'ਤੇ ਜਿਹੜੇ ਲੋਕ ਹੈ ਆਪਣੇ ਨਿੱਜੀ ਹਿੱਤਾਂ ਨੂੰ ਲੈ ਕੇ ਇਹਨਾਂ ਚੀਜ਼ਾਂ ਚਾਹੁੰਦੇ ਆ, ਗੱਲਾਂ ਹੋਰ ਕਰਦੇ ਆ, ਜਾਂ ਤਾਂ ਪਹਿਲਾਂ ਹੀ ਵਿਕ ਕੇ ਆਪਣੇ ਰਸਤੇ ਛੱਡ ਜਾਂਦੇ ਆ, ਤੇ ਜਾਂ ਗਾਂਹ ਜਾ ਕੇ ਜਦੋਂ ਪਾਵਰਾਂ ਹੋ ਜਾਂਦੀਆਂ ਤਾਂ ਉਦੋਂ ਸਿਸਟਮ ਦੇ ਨਾਲ ਜਿਹੜੇ ਹੈਗੇ ਮਿਕਸਅਪ ਹੋ ਜਾਂਦੇ ਆ। ਤਾਂ ਦੇਖਾਂਗੇ, ਸਮਾਂ ਅਜੇ ਆਊਗਾ। ਸਾਡੇ ਵਾਸਤੇ ਤਾਂ ਦੋਵੇਂ ਜਿਹੜੇ ਅਜੇ ਇਮਤਿਹਾਨ ਆਉਣੇ ਬਾਕੀ ਹੈ। ਤੁਸੀਂ 2-3 ਕੇਸਾਂ ਦਾ ਵਾਰ-ਵਾਰ ਜ਼ਿਕਰ ਕੀਤਾ, ਉਸ ਚਿੱਠੀ ਨੂੰ ਹਵਾਲਾ ਦੇ ਕੇ ਵੀ ਕਿਹੜੀ ਇੱਕ DGP ਵੱਲੋਂ ਲਿਖੀ ਗਈ, DGP ਨੂੰ, ਹੋਰ ਬਹੁਤ ਸਾਰੇ ਨਾਵਾਂ ਦਾ, ਉਦਾਹਰਨਾਂ ਦਾ ਜ਼ਿਕਰ ਕੀਤਾ। ਇਹ ਉਦਾਹਰਨਾਂ ਹੀ ਕਿਉਂ ਲੱਗਦੀਆਂ ਕਿ ਹਾਈਲਾਈਟਡ ਕੇਸ ਨੇ, ਇਸ ਕਰਕੇ ਜ਼ਿਕਰ ਹੋ ਰਿਹਾ ਸੀ? ਉਹੀ ਗੱਲ ਕਰਿਆ ਨਾ ਵੀ ਹਾਈਲਾਈਟਡ ਇਕੱਲੇ ਕੇਸ ਨਹੀਂ, ਇਹਦੇ 'ਚ ਬਹੁਤ ਵੱਡੇ ਬੰਦੇ ਹੈਗੇ ਆ। ਹਾਈਲਾਈਟ ਇਸ ਕਰਕੇ ਨਹੀਂ ਹੋਇਆ ਕਿ ਕ੍ਰਾਈਮ ਤਾਂ ਹੈਗਾ ਹੀ ਹੈਗਾ ਬਹੁਤ ਵੱਡਾ, ਪਰ ਜਿਹੜਾ ਮਤਲਬ ਉਹਦੇ ਵਿੱਚ ਜਿਹੜੇ ਲੋਕ ਅਫੈਕਟਡ ਨੇ ਤੇ ਜਿਹੜੇ ਲੋਕ ਫਸੇ ਹੋਏ ਆ। ਹੁਣ ਜਿਹੜਾ ਤਾਂ ਡਰੱਗ ਕੇਸ ਹੈ, ਉਹਦੇ ਵਿੱਚ ਅਫੈਕਟਡ ਪੰਜਾਬ ਹੈ, ਤੇ ਪੰਜਾਬ ਕੋਈ ਛੋਟੀ ਗੱਲ ਹੈਗੀ ਹੈ। ਭਾਵੇਂ ਅਸੀਂ ਇਕੱਲਾ ਪੰਜਾਬ ਨੂੰ ਕਰੀਏ ਤਾਂ ਬਹੁਤ ਗਰੀਬੀ ਵੀ ਹੈ, ਇੱਥੇ ਆਮ ਲੋਕ ਵੀ ਹੈਗੇ ਆ, ਪਰ ਜੇ ਇਕੱਠਾ ਪੰਜਾਬ ਕਰੀਏ ਤਾਂ ਉਹ ਤਾਂ ਫਿਰ ਇੱਕ ਬਹੁਤ ਵੱਡੀ ਸਟਰੈਂਥ ਹੈ। ਗੁਰੂਆਂ ਪੀਰਾਂ ਦੀ ਧਰਤੀ ਹੈ, ਉਹਦੇ ਨਾਲ ਇਹ ਜਿਹੜੇ ਡਰੱਗ ਕਾਰਟਲ ਚਲਾਉਣ ਜਾਣ ਵਾਲੇ ਜਿਹੜੇ ਮਾਫੀਏ ਕਿੰਨਾ ਕੁ ਚਿਰ ਇਹਨਾਂ ਅੱਗੇ ਖੜ ਜਾਣਗੇ। ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਅਸੀਂ ਪੰਜਾਬ ਨੂੰ ਰੀਪ੍ਰਜੈਂਟ ਕਰਦੇ ਹਾਂ। ਇਹ ਕ੍ਰਾਈਮ ਨੂੰ ਕਰਦੇ ਆ, ਇਹ ਨਸ਼ੇ ਨੂੰ ਕਰਦੇ ਆ, ਡਰੱਗ ਦੇ ਵਪਾਰ ਨੂੰ ਕਰਦੇ ਆ। ਤਾਂ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੈਗਾ ਬਹੁਤ ਚੀਜ਼ਾਂ ਦੇ ਸਵਾਲ ਜਿਹੜੇ ਹੈਗੇ ਆ ਲੋਕਾਂ ਦੇ ਸਾਹਮਣੇ ਆਉਣਗੇ। ਮੈਂ ਕਹਿ ਰਿਹਾ ਸੀ ਸਾਡੇ ਵੀ ਇਮਤਿਹਾਨ ਬਾਕੀ ਨੇ, ਅਸੀਂ ਵੀ ਦੇਖਣਾ ਸਾਡੇ ਤੇ ਕਿੰਨੇ ਵਾਰ ਹੋਣਗੇ। ਵਾਰ ਇਕੱਲੇ ਸੱਟ ਫੇਟ ਦਾ ਜਾਂ ਪਿਸਤੌਲ ਬੰਦੂਕ ਦਾ ਨਹੀਂ ਹੁੰਦਾ, ਵਾਰ ਪੈਸੇ ਦਾ ਵੀ ਹੁੰਦਾ, ਵਾਰ ਕਰਪਸ਼ਨ ਦਾ ਹੁੰਦਾ, ਵਾਰ ਲਾਲਚ ਦਾ ਹੁੰਦਾ, ਵਾਰ ਜਿਹੜੀਆਂ ਅਹੁਦਿਆਂ ਦਾ ਹੁੰਦਾ। ਤਾਂ ਅਸੀਂ ਸਾਡੇ ਵਾਸਤੇ ਉਹ ਲੜਾਈ ਵੱਡੀ ਹੈ, ਉਹਦੇ ਵਿੱਚ ਦੀ ਕਿਵੇਂ ਨਿਕਲਾਂਗੇ ਇਹ ਆਉਣ ਵਾਲਾ ਸਮਾਂ ਦੱਸੂਗਾ। ਵੱਡੀ ਗੱਲ ਕਰਨ ਦੀ ਮੇਰੀ ਬਹੁਤੀ ਆਦਤ ਨਹੀਂ ਹੁੰਦੀ, ਤੇ ਅੱਜ ਦੀ ਡੇਟ ਜਿੱਥੇ ਅਸੀਂ ਖੜੇ ਹਾਂ ਅਸੀਂ ਆਪਣੇ ਆਪ ਤੋਂ ਸੈਟਿਸਫਾਈਡ ਹਾਂ। ਤੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਜਿਵੇਂ ਜਿਵੇਂ ਆਊਗਾ, ਜਿਸ ਤਰ੍ਹਾਂ ਦੇ ਹਥਿਆਰਾਂ ਨਾਲ ਸਾਡੇ ਨਾਲ ਲੜਨਗੇ, ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਹੀ ਹਥਿਆਰਾਂ ਨਾਲ ਵਰਤ ਕੇ, ਕਿਉਂਕਿ ਜੇ ਇਹ ਜ਼ੁਬਾਨ ਨਾਲ ਚਲਾਉਂਦੇ ਤੇ ਅਸੀਂ ਕਿਰਪਾਨ ਕੱਢ ਕੇ ਫੜਾਂਗੇ ਤਾਂ ਉਹਦੀ ਵੈਲਿਊ ਕੋਈ ਨਹੀਂ ਹੈਗੀ। ਜੇ ਕਿਰਪਾਨ ਚਲਾਉਣਗੇ ਤਾਂ ਕਿਰਪਾਨ ਵੇਖਾਂਗੇ, ਅੱਜ ਜ਼ੁਬਾਨ ਦੀ ਗੱਲ ਹੈ ਤਾਂ ਜ਼ੁਬਾਨ ਵੇਖਾਂਗੇ। ਜਿਸ ਤਰ੍ਹਾਂ ਦਾ ਇਹ ਮਤਲਬ ਰਿਐਕਸ਼ਨ ਦੇਣਗੇ ਸਾਨੂੰ, ਉਹਦੇ ਮੁਤਾਬਕ ਅਸੀਂ ਆਉਣ ਵਾਲੇ ਸਮੇਂ 'ਚ ਆਪਣਾ ਜਿਹੜਾ ਹੈਗਾ ਸੰਘਰਸ਼ ਜਾਰੀ ਕਰਨ ਵਾਸਤੇ ਜਿਸ ਤਰ੍ਹਾਂ ਦੀ ਵੀ ਲੋੜ ਹੋਊਗੀ ਉਹ ਉਸ ਤਰ੍ਹਾਂ ਦੇ ਕਦਮ ਉਠਾਵਾਂਗੇ। ਪਿਛਲੀਆਂ ਸਰਕਾਰਾਂ ਦੀ ਭੂਮਿਕਾ ਦਾ ਖਮਿਆਜਾ ਜਿਹੜਾ ਤੁਹਾਨੂੰ ਭੁਗਤਣਾ ਪਿਆ, ਆਪਣੀ ਨੌਕਰੀ ਤੋਂ ਪਰਾਂ ਵੀ ਹੋਣਾ ਪਿਆ, ਹੋਰ ਬੜੀਆਂ ਚੀਜ਼ਾਂ ਤੁਹਾਡੇ ਚੈਲੰਜ 'ਚ ਆਈਆਂ ਹੋਣਗੀਆਂ। ਬਹੁਤ ਸਾਰੀਆਂ ਗੱਲਾਂ ਤਾਂ ਤੁਸੀਂ ਅੱਜ ਤੱਕ ਵੀ ਹੋ ਸਕਦਾ ਨਾ ਕੀਤੀਆਂ ਹੋਣ, ਜਿਹੜੀਆਂ ਤੁਸੀਂ ਭੁਗਤੀਆਂ ਪਰ ਅੱਜ ਤੱਕ ਕਿਸੇ ਨੂੰ ਦੱਸੀਆਂ ਨਹੀਂ। ਇਸੇ ਦੇ ਵਿੱਚੋਂ ਹੀ ਮੈਂ ਇੱਕ ਪੁੱਛਣਾ ਚਾਹੁੰਦਾ ਕਿ ਪੁਰਾਣੀਆਂ ਸਰਕਾਰਾਂ ਨੇ ਜੋ ਤੁਹਾਡੇ ਨਾਲ ਕੀਤਾ, ਮੌਜੂਦਾ ਸਰਕਾਰ ਦੇ 6 ਮਹੀਨੇ ਹੋ ਗਏ, ਇਹ ਸਰਕਾਰ ਤੋਂ ਤਸੱਲੀ ਹੈ ਕਿ ਸਹੀ ਦਿਸ਼ਾ ਵੱਲ ਵਧ ਰਹੇ ਆ? ਜੇ ਤੁਸੀਂ ਕੀਤੇ ਦੀ ਪਰਸਨਲੀ ਗੱਲ ਕਰਦੇ ਵੀ ਮੇਰੇ ਨਾਲ ਕੀਤਾ, ਤੇ ਫਿਰ ਇਹ ਸਰਕਾਰ ਉਸ ਕੀਤੇ ਨੂੰ ਅਣਕੀਤਾ ਕਰ ਸਕਦੀ ਸੀ। ਜੇ ਇਹਨਾਂ ਦੀ ਮਤਲਬ ਵਿਲ ਹੁੰਦੀ ਜਾਂ ਸਮਝਦੇ ਇਹ ਲੋੜ ਪੈਣ ਤੇ ਤਾਂ ਇਲੈਕਸ਼ਨ ਵਿੱਚ ਵੀ ਬਲਵਿੰਦਰ ਸਿੰਘ ਹੋਰਾਂ ਨਾਮ ਲਿਆ ਜਾ ਰਿਹਾ ਵੀ ਮੰਤਰੀ ਨੇ ਤਾਂ ਉਹ ਦਬਕੇ ਮਾਰੇ ਉਹਨੂੰ। ਅਜੇ ਮਹੀਨਾ 20 ਦਿਨ ਪਹਿਲਾਂ ਫੇਰ ਇੱਕ ਦਿਨ ਕਹਿ ਰਿਹਾ ਸੀ ਭਗਵੰਤ ਸਿੰਘ ਮਾਨ ਵੀ ਜਿਹੜਾ ਮੰਤਰੀ ਦਬਕੇ ਮਾਰਦਾ ਸੀਗਾ, ਉਦੋਂ ਦਾ ਮੈਂ ਯਾਦ ਆਉਂਦਾ। ਠੀਕ ਹੈ, ਤੇ ਜਦੋਂ ਕੋਈ ਮੇਰੇ ਬੈਨੀਫਿਟਸ ਨੇ ਜਾਂ ਕੋਈ ਮੇਰੇ ਹੱਕ ਮਾਰੇ ਗਏ ਉਦੋਂ ਮੇਰੀ ਯਾਦ ਨਹੀਂ ਆਉਂਦੀ, ਕਿਉਂਕਿ ਮੈਂ ਤਿੱਖੀ ਭਾਸ਼ਾ ਵਿੱਚ ਇਹਨਾਂ ਦੇ ਨਸ਼ਤਰ 'ਚ ਬੋਲਣਾ। ਇਹਨਾਂ ਨੂੰ ਉਹ ਚਾਹੀਦਾ ਜਿਹੜਾ ਲਾਲ ਆਪ ਆ ਕੇ ਇਹਨਾਂ ਦੀ ਭਾਸ਼ਾ ਬੋਲੇ, ਇਹਨਾਂ ਦੇ ਮਤਲਬ ਗੋਡਿਆਂ 'ਚ ਬੈਠੇ ਜਾਂ ਜਿਹੜਾ ਕੰਮ ਇਹ ਜਾਣਦੇ ਆ ਉਹੀ ਭਾਸ਼ਾ ਸਮਝਦੇ ਨੇ, ਉਹ ਭਾਸ਼ਾ ਸਾਨੂੰ ਨਹੀਂ ਆਉਂਦੀ। ਸੋ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਇਹ ਸੁਹਿਰਦ ਹੋਣ ਤਾਂ ਉਸ ਕੀਤੇ ਨੂੰ ਅਣਕੀਤਾ ਜਾ ਸਕਦਾ ਸੀ, ਕਿਉਂਕਿ ਮੈਂ ਤਾਂ ਉਸ ਤਰੀਕੇ ਨਾਲ ਤੋਂ ਮੰਗਣਾ ਹੀ ਨਹੀਂ। ਬਾਕੀ ਅਦਰਵਾਈਜ਼ ਜਿਹੜਾ ਪਰਫਾਰਮੈਂਸ ਹੈਗੀ ਆ ਉਦੋਂ ਹਾਲਾਤ ਬਹੁਤ ਮਾੜੇ ਹੋਏ ਆ, ਹਰ ਚੀਜ਼ ਜਿਹੜੀ ਹੈਗੀ ਆ ਉਦੋਂ ਬੈਡ ਸ਼ੇਪ ਲੈ ਗਈ ਹੈ। ਤੇ ਪੋਲੀਟੀਕਲ ਸਿਸਟਮ ਜਿਹੜਾ ਸਟਾਰਟਿੰਗ ਦੇ ਵਿੱਚ ਹੀ ਕਲੈਪਸ ਹੈ। ਇਹ ਹਾਲ ਮਗਰਲੇ ਸਾਲਾਂ 'ਚ ਲਾਸਟ 'ਚ ਹੁੰਦਾ ਸੀ, ਜਿਵੇਂ ਕਾਂਗਰਸ ਦਾ ਹੋਇਆ ਸੀ 6 ਮਹੀਨੇ ਪਹਿਲਾਂ, ਤੇ ਇਹਨਾਂ ਦਾ ਤਾਂ ਪਹਿਲੇ ਦਿਨੋਂ ਹੀ ਹੋ ਗਿਆ। ਇਹਨਾਂ ਨੇ ਤਾਂ ਪਹਿਲੇ ਮਹੀਨੇ ਤੋਂ ਜਦੋਂ AGSTF ਨੂੰ ਬਣਾ ਕੇ ਇੱਕ ਪੰਜਾਬ ਦੇ ਜਵਾਨਾਂ ਦਾ ਜਿਹੜਾ ਸ਼ਿਕਾਰ ਖੇਡਣ ਦਾ ਸਕੀਮ ਬਣਾਈ ਸੀ, ਅਸੀਂ ਤਾਂ 27 ਦਿਨ ਦੀ ਸਰਕਾਰ ਦੇ ਸਾਹਮਣੇ ਚੈਲੰਜ ਕੀਤਾ ਸੀਗਾ। ਤੇ ਹੁਣ ਤਾਂ ਉਦੋਂ ਬਾਅਦ ਚੈਲੰਜ ਵੱਡੇ ਹੋ ਰਹੇ ਆ, ਇਹ ਦਿਨ ਦਿਨ ਕਮਜ਼ੋਰ ਹੋ ਰਹੇ ਆ। ਉਦੋਂ ਤਾਂ ਇਹ ਸੰਗਰੂਰ ਦਾ ਇਲੈਕਸ਼ਨ ਨਹੀਂ ਹਾਰੇ ਸੀ, ਅੱਜ ਤਾਂ ਸੰਗਰੂਰ ਦਾ ਇਲੈਕਸ਼ਨ ਵੀ ਹਾਰ ਕੇ ਆਏ ਆ। ਅੱਜ ਇਹਨਾਂ ਦੇ ਪੱਲੇ ਕੀ ਹੈ?
ਮੰਤਰੀ ਜਿਹੜੇ ਹੈਗੇ ਇਹਨਾਂ ਦੇ ਕਰਪਸ਼ਨ ਦੇ ਵਿੱਚ, ਸੀਐਮ ਜਿਹੜਾ ਉਹ ਹੋ ਗਿਆ ਉਹਨੇ ਵੀ ਜਿਹੜੇ ਕਾਰਨਾਮੇ ਪਿੱਛੇ ਕਰ ਲਏ ਆ ਉਹ ਵੀ ਮਾਫੀਯੋਗ ਨਹੀਂ ਹੈਗੇ। ਠੀਕ ਹੈ, ਇਹ ਜਿਹੜੇ ਇਹਨਾਂ ਪਲੇਟਫਾਰਮਾਂ ਤੇ ਜਾਂ ਇਹਨਾਂ ਸੀਟਾਂ ਦੇ ਲੋਕ ਬਹਿ ਜਾਂਦੇ ਆ ਉਹ ਪਬਲਿਕ ਪ੍ਰਾਪਰਟੀ ਹੁੰਦੇ ਆ, ਉਹਨਾਂ ਦੇ ਨਿੱਜੀ ਫੈਸਲੇ ਦੇ ਵੀ ਕਿੰਤੂ ਪਰੰਤੂ ਕੀਤਾ ਜਾ ਸਕਦਾ। ਇਹ ਬਿਲੋਂਗ ਕਰਦੇ ਇੱਕ ਸਿਸਟਮ ਨੂੰ ਵਿਖਾ ਰਹੇ ਵੀ ਸਾਡਾ ਕੌਣ, ਸਾਡਾ ਅਗਵਾਈ ਕਰਨ ਵਾਲਾ ਲੀਡਰ ਕੌਣ ਹੈ, ਤੇ ਜੇ ਇਹਨਾਂ ਦੇ ਕਰੈਕਟਰ ਉਹੀ ਮਹਾਰਾਜੇ ਕੈਪਟਨ ਵਾਲੇ ਹੋਣਗੇ ਤਾਂ ਫਿਰ ਸਾਡੇ ਵਾਸਤੇ ਤਾਂ ਕੋਈ ਫਰਕ ਨਹੀਂ ਹੈਗਾ। ਸੋ ਕਿਸੇ ਤਰ੍ਹਾਂ ਦਾ ਬਦਲਾਵ ਨਹੀਂ, ਬਦਲਾਵ ਹੈ ਬੈਡਲੀ ਹੈਗਾ। ਡਰੱਗ ਦਾ ਧੰਦਾ ਉਦੋਂ ਵੱਧ ਜਿਹੜਾ ਹੈਗਾ ਤੇਜ਼ੀ ਨਾਲ ਚੱਲ ਰਿਹਾ। ਹੁਣ ਕੌਣ ਚਲਾ ਰਿਹਾ ਹੈ ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂ। ਜਿਹੜਾ ਇੱਥੇ ਹੈਗਾ ਇਹ ਵੀ ਹੋਰ 2-4 ਮਹੀਨਿਆਂ ਤੇ ਜੋ ਇਹਨਾਂ ਦੀ ਕਰਤੂਤ ਹੈ ਜਿਵੇਂ ਇਹ ਚਲਾ ਰਹੇ ਆ ਇਹਨਾਂ ਦਾ ਛੇਤੀ ਪਤਾ ਲੱਗ ਜੂਗਾ ਕਿ ਕੌਣ ਹੈ। ਇਹਨਾਂ ਦੇ ਮੰਤਰੀ ਚਾਹੇ ਕੈਬਨਿਟ ਹੋਣ, ਮੁੱਖ ਮੰਤਰੀ ਖੁਦ ਹੋਣ, ਉਹ ਭਾਵੇਂ ਵਿਦੇਸ਼ 'ਚ ਜਾ ਕੇ ਵੀ ਦਾਅਵਾ ਕਰਦੇ ਆ। ਕਈ ਵੀਡੀਓ ਉਹਨਾਂ ਨੇ ਜਾਰੀਆਂ ਕੀਤੀਆਂ, ਇੱਕ ਤੇ ਉਹ ਟਰੋਲ ਵੀ ਬਹੁਤ ਜ਼ਿਆਦਾ ਹੋ ਗਏ BMW ਵਾਲੇ ਮਸਲੇ ਤੇ ਕਿ ਇਨਵੈਸਟ ਕਰਨਗੇ, ਉਹ ਕਹਿੰਦੇ ਅਸੀਂ ਨਹੀਂ ਕਰਨਾ, ਹਾਲੇ ਸਾਡਾ ਕੋਈ ਇਰਾਦਾ ਨਹੀਂ ਆ। ਇਹਨਾਂ ਦੇ ਮੰਤਰੀਆਂ ਦੇ ਦਾਅਵੇ ਚਾਹੇ ਜੇਲ੍ਹਾਂ ਦਾ ਪ੍ਰਬੰਧ ਸੁਧਾਰਨ ਦੀ ਗੱਲ ਹੈ, ਮਾਈਨਿੰਗ ਦੀ ਗੱਲ ਹੈ, ਉਹ ਕਹਿੰਦੇ ਵਿਧਾਨ ਸਭਾ ਵਿੱਚ ਜਾਂ ਮੀਡੀਆ ਦੇ ਸਾਹਮਣੇ ਪਹਿਲੀ ਗੱਲ ਆਉਂਦੇ ਨਹੀਂ ਆ ਜ਼ਿਆਦਾ, ਜੇ ਆਉਂਦੇ ਆ ਤੇ ਉਹ ਦਾਅਵਾ ਹੋਰ ਕਰਦੇ ਆ। ਤੁਸੀਂ ਕਹਿ ਰਹੇ ਹੋ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ, ਸਾਰਾ ਕੁਝ ਵਿਗੜਿਆ ਹੀ ਆ। ਇਹਦੇ ਵਿੱਚ ਮੀਡੀਆ ਦਾ ਰੋਲ ਵੀ ਬੜਾ ਨੈਗੇਟਿਵ ਰਿਹਾ। ਅੱਜ ਤੁਸੀਂ ਆਏ ਹੋ, ਤੁਸੀਂ ਵੇਖ ਹੀ ਲਿਆ ਇੱਥੇ ਕਿ ਲੁਧਿਆਣੇ ਚੰਡੀਗੜ੍ਹ ਦੀ ਪ੍ਰੈਸ ਕਲੱਬ ਦੇ ਵਿੱਚ ਬੈਠ ਕੇ ਅਸੀਂ ਪ੍ਰੈਸ ਕਾਨਫਰੰਸ ਕਰਨੀ ਹੋਵੇ, ਚਲੋ ਬਲਵਿੰਦਰ ਸਿੰਘ ਨੂੰ ਤਾਂ ਬੜੀ ਤਕਲੀਫ ਹੋਊਗੀ ਸਿਸਟਮ ਨੂੰ, ਇੱਥੇ ਰਾਜਵਿੰਦਰ ਸਿੰਘ ਬੈਂਸ ਵਰਗੇ ਸੁਹਿਰਦ ਔਰ ਇੱਕ ਇਹੋ ਜਿਹੇ ਮਤਲਬ ਲੀਗੇਸੀ ਰੱਖਣ ਵਾਲਾ ਬੰਦਾ ਬੈਠਾ ਹੋਵੇ ਤੇ ਪ੍ਰੈਸ ਉਹਨਾਂ ਨਾਲ ਇਹ ਵਿਹਾਰ ਕਰੇ। ਠੀਕ ਹੈ, ਇੱਥੋਂ ਪਤਾ ਲੱਗਦਾ ਨਾ ਵੀ ਅਸੀਂ ਖੜੇ ਕਿੱਥੇ ਹੈਗੇ ਹਾਂ। ਤਾਂ ਬੜੀ ਮਾਨਸਿਕ ਗੁਲਾਮੀ ਜਿਹੜੀ ਇਸ ਤਰ੍ਹਾਂ ਦੀ ਹੈਗੀ ਹੈ ਪ੍ਰੈਸ ਨੂੰ। ਇਹਦੇ ਵਿੱਚੋਂ ਜਿਵੇਂ ਹਾਈ ਕੋਰਟ ਦੀ ਅੱਜ ਅੱਖਾਂ 'ਚ ਅੱਖਾਂ ਪਾ ਕੇ ਇਹਨਾਂ ਨੂੰ ਕੀਤਾ, ਪ੍ਰੈਸ ਨਾਲ ਵੀ ਐਵੇਂ ਹੀ ਕਰਾਂਗੇ ਜਿੰਨਾ ਚਿਰ ਨਹੀਂ। ਜਿਹੜੀ ਵੱਡੀ ਪ੍ਰੈਸ ਹੈ ਉਹ ਤਾਂ ਬਿਲਕੁਲ ਬਕਾਊ ਹੈ। ਤੁਹਾਡੇ ਵਰਗੇ ਨਾਂ ਲੈਣੇ ਵੀ ਸ਼ੁਰੂ ਕਰ ਨਾਮ ਲਏ ਹੋਏ ਆ, ਮੈਂ ਬੜੀ ਵਾਰੀ ਨਾਮ ਲਏ। ਹੁਣ ਜੇ ਮੈਂ ਇਹ ਕਹਿਣਾ ਸ਼ੁਰੂ ਕਰਦੇ ਆ ਪੰਜਾਬ ਦੇ ਲੋਕਾਂ ਨੂੰ ਵੀ ਇਹਨਾਂ ਨੂੰ ਵਿਖਣਾ ਬੰਦ ਕਰ ਦਿਓ ਤਾਂ ਇੱਕ ਨਾ ਪਰਸਨਲ ਲੜਾਈ ਹੋ ਜਾਂਦੀ ਹੈ। ਹਰੇਕ ਦੌਰ ਦੇ ਵਿੱਚ ਚੰਗੇ ਮਾੜਿਆਂ ਦੀ ਗਿਣਤੀ ਤਾਂ ਰਹਿੰਦੀ ਹੈ ਹਮੇਸ਼ਾ। ਜੇ ਚੰਗੇ ਥੋੜੇ ਹੋਣਗੇ, ਵਿੱਚ ਹੋਰ ਵੀ ਬੜੇ ਖੜੇ ਹੁੰਦੇ ਆ, ਉਹਨਾਂ ਤੋਂ ਤਾਂ ਉਮੀਦ ਰੱਖਣੀ ਚਾਹੀਦੀ ਹੈ। ਤੁਸੀਂ ਬੈਠੇ ਤਾਂ ਹੈਗੇ ਹੋ, ਤੁਹਾਡੇ ਤੋਂ ਉਮੀਦ ਹੈਗੀ ਹੈ, ਤੁਸੀਂ ਚੰਗੀ ਹੋ ਤਾਂ ਹੀ ਮੈਨੂੰ ਸੁਣ ਰਹੇ ਹੋ ਜਾਂ ਲੋਕਾਂ ਤੱਕ ਲੈ ਕੇ ਜਾਓਗੇ। ਤਾਂ ਇਸ ਕਰਕੇ ਰੇਸ਼ੋ ਚੰਗਿਆਈ ਦੀ ਥੋੜੀ ਹੁੰਦੀ ਹੈ, ਪਰ ਉਹ ਥੋੜੀ ਹੀ ਬਹੁਤ ਹੁੰਦੀ ਹੈ। ਜੇ ਸਾਰੇ ਚੰਗੇ ਹੋ ਗਏ ਤਾਂ ਕਹਿੰਦੇ ਹੁੰਦੇ ਆ ਮੈਂ ਵਿੱਚ ਐਬ ਗੁਨਾਹ ਨਾ ਹੁੰਦੇ ਤਾਂ ਤੂੰ ਬਖਸ਼ਿੰਦਾ ਕਿਹਨੂੰ। ਤੇ ਰੱਬ ਨੇ ਵੀ ਤਾਂ ਕੰਮ ਲੈਣਾ, ਕੋਈ ਉਹ ਆਪਾਂ ਕਰੇ ਉਸ ਦੇ ਉੱਤੇ ਬਿਠਾਇਆ, ਉਹਨੇ ਵੀ ਤਾਂ ਕੋਈ ਜਿਹੜੇ ਗੁਨਾਹਗਾਰ ਉਹਨਾਂ ਨੂੰ ਸਜ਼ਾ ਦੇਣੀ ਹੈ। ਤਾਂ ਐਬੀਆਂ ਦੇ ਤਰੀਕੇ ਨਾਲ ਵੇਖਿਆ ਜਾਊਗਾ। ਸੋ ਥੋੜਾ ਜਿਹੜੀ ਸੱਚਾਈ ਜਿਹੜੀ ਹੈਗੀ, ਚੰਗਿਆਈ ਜਿਹੜੀ ਹੁੰਦੀ ਹੈ, ਇਹਦੀ ਮਾਤਰਾ ਥੋੜੀ ਹੁੰਦੀ ਹੈ। ਦੁੱਧ ਨੂੰ ਆਪਾਂ ਜਮਾਉਣੇ ਆ, ਬਹੁਤ ਵੱਡਾ ਡਰਮ ਹੋਵੇ ਇੱਕ ਚਮਚੇ ਨਾਲ ਹੀ ਜੰਮ ਜਾਂਦਾ। ਤਾਂ ਚੰਗਿਆਈ ਦੀ ਮਾਤਰਾ ਤਾਂ ਇੰਨੀ ਬਹੁਤ ਹੁੰਦੀ ਹੈ। ਤੇ ਬਾਕੀ ਆਉਣ ਵਾਲਾ ਸਮਾਂ ਬਹੁਤ ਚੀਜ਼ਾਂ। ਮੇਰਾ ਇੱਕ ਆਖਰੀ ਸਵਾਲ ਆ, ਸਮਾਂ ਬਹੁਤ ਸੀਮਤ ਹੈ ਤੁਹਾਡੇ ਕੋਲ ਵੀ ਸਾਡੇ ਕੋਲ ਵੀ, ਕਿ ਜਿਹੜੇ ਸਿਸਟਮ ਨੂੰ ਲੈ ਕੇ ਤੁਸੀਂ ਚੱਲੇ ਹੋ, ਚਿੱਠੀਆਂ ਜਿਹੜੀਆਂ ਤੁਸੀਂ ਅੱਜ ਉਜਾਗਰ ਕੀਤੀਆਂ, ਕਿਆ ਪੱਤਰ ਸੀ ਜਿਹੜੇ ਕਿਹੜੇ ਅਫਸਰ ਵੱਲੋਂ ਕਿਹਨੂੰ ਲਿਖੇ ਗਏ ਔਰ ਇਸ ਵਿੱਚ ਬੇਇਨਸਾਫੀਆਂ ਹੋਈਆਂ, ਇਨਸਾਫ ਨਹੀਂ ਮਿਲਿਆ। ਜੇ ਅਦਾਲਤਾਂ ਵੀ ਮਾੜਾ ਕਰ ਰਹੀਆਂ, ਹਾਈ ਕੋਰਟ ਨੂੰ ਵੀ ਤੁਸੀਂ ਚੈਲੰਜ ਕੀਤਾ, DGP ਦੇ ਦਫ਼ਤਰ ਨੂੰ ਵੀ ਚੈਲੰਜ ਕੀਤਾ, AG ਦੇ ਦਫ਼ਤਰ ਨੂੰ ਵੀ ਚੈਲੰਜ ਕੀਤਾ, ਸਰਕਾਰ ਨੂੰ ਤਾਂ ਸਿੱਧੇ ਤੌਰ ਤੇ ਆਪਣੇ ਆਪ ਚੈਲੰਜ ਹੋ ਗਿਆ। ਫਿਰ ਜਿਹੜੀ ਇਹ ਚੀਜ਼ ਦੀ ਲੜਾਈ ਆਵਾਜ਼ ਬੁਲੰਦ ਕਰ ਰਹੇ ਹੋ, ਫਿਰ ਸੁਣੂਗਾ ਕੌਣ, ਇਨਸਾਫ ਦੇਊਗਾ ਕੌਣ ਜੇ ਸਾਰੇ ਹੀ ਕਰਪਟ ਹੈ? ਇਹ ਪੈਦਾਇਸ਼ ਕਿਹਦੀ ਹੈ? ਇਹ ਔਲਾਦਾਂ ਕਿਹਦੀਆਂ? ਇਹ ਆਵਾਮ ਦੀ ਔਲਾਦ ਹੈ, ਇਹ ਸਮਾਜ ਦੀ ਔਲਾਦ ਹੈ। ਸਮਾਜ ਵੀ ਤਾਂ ਜਾਗ ਰਿਹਾ, ਸਮਾਜ ਵੀ ਤਾਂ ਸੁਣ ਰਿਹਾ। ਇਹ ਕਿਹੜਾ ਰਜਵਾੜੇ ਉਹ ਪੈਦਾ ਹੋ ਕੇ ਆਏ ਵੀ ਜਿਨ੍ਹਾਂ ਨੇ ਮੁੜ ਕੇ ਵੋਟ ਨਹੀਂ ਲੈਣੀ, ਇਹਨਾਂ ਨੇ ਤਾਂ ਭੀਖ ਮੰਗਣੀ ਆਉਣੀ ਹੈ। ਫਿਰ ਆਈ ਖੜੀ 2 ਸਾਲਾਂ ਬਾਅਦ 24 ਵਾਲੀ ਭੀਖ ਮੰਗਣ ਵਾਲੀ, ਉਹ ਤੋਂ ਪਹਿਲਾਂ ਰੋਜ਼ ਲੋੜ ਪੈਂਦੀ ਹੈ। ਇਸ ਕਰਕੇ ਜਿਹਨਾਂ ਲੋਕਾਂ ਨੂੰ ਜਾਗਣਾ ਚਾਹੀਦਾ ਸੀ ਉਹ ਪਹਿਲਾਂ ਹੀ ਜਾਗੇ ਹੋਏ ਆ, ਉਹਨਾਂ ਨੂੰ ਹੋਰ ਜਗਾਇਆ ਜਾ ਰਿਹਾ। ਇਹਨਾਂ ਨੇ ਤਾਂ ਸੁੱਤੇ ਹੋਏ ਆ, ਇਹਨਾਂ ਨੇ ਨਹੀਂ ਜਾਗਣਾ। ਇਹਨਾਂ ਤੋਂ ਇਨਸਾਫ ਦੀ ਉਮੀਦ ਨਹੀਂ, ਇਹਨਾਂ ਤੋਂ ਸਿਰਫ ਦੱਸ ਰਹੇ ਵੀ ਤੁਸੀਂ ਹੁਣ ਆਪਣਾ ਮਗਰਲਾ ਸਮਾਂ ਜਿਹੜਾ ਵੇਟ ਕਰ ਲਓ। ਹੁਣ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਵੇਂ ਨਹੀਂ ਚੱਲਣੀਆਂ। ਜੇ ਚਲਾਉਣਗੇ ਤਾਂ ਇਹਦਾ ਵਿਰੋਧ ਕਰਾਂਗੇ, ਘਟਣਗੀਆਂ ਤਾਂ ਉਹਦਾ ਜੇ ਕਦੇ ਕੋਈ ਚੰਗੀ ਗੱਲ ਹੋਊਗੀ ਤਾਂ ਉਹਦੇ ਬਾਰੇ ਬਿਲਕੁਲ ਚੰਗਾ ਕਹਿਣ ਜਾਵਾਂਗੇ, ਜਿਹੜਾ ਕਿ ਸ਼ਾਇਦ ਮੌਕਾ ਤਾਂ ਦਿੰਦੇ ਨਹੀਂ ਹੈਗੇ। ਪਰ ਜਿਹੜਾ ਆਵਾਮ ਦੁਨੀਆ ਜਿਹੜੀ ਜਾਗ ਰਹੀ ਹੈ, ਉਹ ਜਿਹੜੀ ਆਉਣ ਵਾਲੇ ਸਮੇਂ ਵਾਸਤੇ ਬਹੁਤ ਅਲਾਰਮਿੰਗ ਹੈਗੀ ਹੈ। ਸਾਡੇ ਕਮੀ ਪੇਸ਼ੀ ਇਹੀ ਰਹੀ ਹੈ ਕਿ ਅਸੀਂ ਇੱਕ ਪਲੇਟਫਾਰਮ ਨਹੀਂ ਦੇ ਸਕਦੇ। ਸਾਡੇ ਕੋਲ ਅਸੀਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਤਾਂ ਕੋਈ ਵੱਡਾ ਸਮਰੱਥ ਨਹੀਂ ਹੈ। ਪਰ ਹੁਣ ਜਦੋਂ ਇਸ ਤਰ੍ਹਾਂ ਦੇ ਲੋਕ ਜਿਹੜੇ ਬੈਂਸ ਸਾਹਿਬ ਵਰਗੇ ਲੋਕ, ਬਾਬਾ ਜੀ ਧਰਮ ਸਿੰਘ ਹੋਰੀ ਆਏ ਸੀਗੇ, ਹੋਰ ਬੜੇ ਸਹਿਰਦ ਲੋਕ ਹੈ, ਜੋ ਪੈਰੀਲਾਲ ਗਰਗ ਜੀ ਨਹੀਂ ਆ ਸਕੇ, ਹੋਰ ਅੱਛੇ ਇਹੋ ਜਿਹੇ ਨਾਮ ਨੇ, ਸਰਦਾਰਾ ਸਿੰਘ ਜੌਹਲ ਹੈਗੇ ਆ, ਕਿਰਪਾਲ ਸਿੰਘ ਔਲਖ ਹੈਗੇ ਆ, ਇਹੋ ਜਿਹੇ ਲੋਕ ਜਦੋਂ ਸਾਡੇ ਨਾਲ ਨੇ ਤਾਂ ਅਸੀਂ ਇਸ ਜਿਹੜਾ ਕਾਫਲੇ ਨੂੰ ਜਿਹੜੇ ਸਾਡੇ ਵਰਗੇ ਸਿਪਾਹੀ ਅਸੀਂ ਬਹੁਤ ਦੂਰ ਖਿੱਚ ਕੇ ਲੈ ਜਾਵਾਂਗੇ। ਜਿਹੜੇ ਇਹਨਾਂ ਦੀ ਗਾਈਡੈਂਸ ਜਿਹੜੀ ਸਾਡੇ ਸਿਰ 'ਤੇ ਰਹਿਣੀ ਚਾਹੀਦੀ ਹੈ। ਅਤੇ ਫਿਰ ਇਹ ਲੋਕ ਜਿਹੜੇ ਹੈਗੇ ਬਹੁਤ ਛੋਟੇ ਹੈ, ਚੰਗਿਆਈ ਦੇ ਸਾਹਮਣੇ ਬੁਰਾਈ ਦੀ ਵੈਸੇ ਤੁਹਾਨੂੰ ਦੱਸਿਆ ਮਾਤਰਾ ਹੁੰਦੀ ਹੈ ਘੱਟ। ਤੋਂ ਜਿਹੜੇ ਲੋਕ ਜਾਗ ਰਹੇ ਹੈ ਉਹ ਇਹ ਆਉਣ ਵਾਲੇ ਸਮੇਂ ਵਿੱਚ ਜਿਹੜੇ ਰਿਜ਼ਲਟ ਹੋਣਗੇ, ਸਿਰਫ ਇੱਕ ਪਲੇਟਫਾਰਮ ਮੁਹੱਈਆ ਕਰਨ ਦੀ ਹੈਗੀ ਜ਼ਰੂਰਤ ਹੈ। ਉਹ ਉਮੀਦ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਪੰਜਾਬ ਦੇ ਲੋਕਾਂ ਵਾਸਤੇ ਕੋਈ ਪਲੇਟਫਾਰਮ ਦੇਣ 'ਚ ਸਫਲ ਹੋਵਾਂਗੇ। ਇਹੋ ਜਿਹੀ ਕੋਸ਼ਿਸ਼ ਸਾਡੀ ਹੈ। ਲੜਾਈ ਦਾ ਰੂਪ ਇਹੀ ਰਹੇਗਾ ਜਾਂ ਵਿਧਾਨ ਸਭਾ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਵੀ ਚੜ੍ਹਨੀਆਂ ਪੈ ਗਈਆਂ ਤਾਂ ਚੜ੍ਹੋਗੇ? ਦਿੱਕਤ ਕੀ ਹੈ, ਜੇ 2-2 ਟਕੇ ਦੇ ਘਟੀਆ ਬੰਦੇ ਚੜ੍ਹ ਸਕਦੇ ਆ। ਅਸੀਂ ਆਪਦੇ ਆਪ ਨੂੰ ਚੰਗਾ ਤਾਂ ਨਹੀਂ ਕਹਿੰਦੇ, ਪਰ ਸਾਡੇ ਤੇ ਕੋਈ ਬੁਰਾਈ ਤਾਂ ਨਹੀਂ ਨਾ ਹੈਗੀ। ਇਹਨਾਂ ਨੇ ਤਾਂ ਸਭ ਕਰਕੇ ਵਿਖਾ ਦਿੱਤਾ ਕੀ ਹੈਗੇ ਨੇ। ਤੇ ਜੇ ਇਹਨਾਂ ਵਾਸਤੇ ਪੌੜੀਆਂ ਬਣੀਆਂ ਹੋਈਆਂ ਤਾਂ ਫਿਰ ਸਾਡੇ ਵਰਗੇ ਲੋਕਾਂ ਵਾਸਤੇ ਕਿਹੜਾ ਪੌੜੀਆਂ ਨੂੰ ਪ੍ਰੋਬਲਮ ਹੈ। ਪਰ ਅੱਜ ਇਹ ਐਂਬੀਸ਼ਨ ਨਹੀਂ ਹੈਗਾ। ਅੱਜ ਇਹਨਾਂ ਨੂੰ ਇਹ ਦੱਸਣਾ, ਇਹਨਾਂ ਦੀ ਔਕਾਤ ਯਾਦ ਕਰਾਉਣੀ, ਇਹਨਾਂ ਤੋਂ ਹੀ ਕੰਮ ਲੈਣਾ ਹੈਗਾ। ਇਹ ਸਿੱਧੇ ਕੰਮ ਕਰਨ, ਅਸੀਂ ਪਹਿਲਾਂ ਇੰਨੀ ਵੱਡੀ ਮਿਹਨਤ ਕਰੀਏ, ਫਿਰ ਅਸੀਂ ਪੌੜੀਆਂ ਚੜ੍ਹੀਏ, ਤੇ ਇਹ ਕੰਮ ਇਹੀ ਕਰ ਲੈਣਾ। ਇਹਨਾਂ ਨੂੰ ਕੋੜ ਚੱਲਿਆ ਹੋਇਆ, ਇਹਨਾਂ ਨੂੰ ਆਪਣਾ ਨਿੱਜੀ ਤਿਆਗਣਾ ਨਾ। ਅਸੀਂ ਇਹ ਤਿਆਗ ਕੇ ਚੱਲੇ, ਇਹ ਤਿਆਗ ਦੇਣ।
ਅੱਜ ਤੋਂ ਚੰਗੇ ਕੰਮ ਕਰਨ ਲੱਗ ਜਾਣ। ਚੰਗਿਆਈ ਤਾਂ ਪੰਜਾਬ ਦੇ ਲੋਕ ਮਹੀਨੇ ਵਿੱਚ ਹੀ ਐਕਸੈਪਟ ਕਰ ਲੈਂਦੇ ਆ, ਕੀਤੇ ਗੁਨਾਹ ਮਾਫ ਕਰ ਦਿੰਦੇ ਆ। ਬਹੁਤ ਵੱਡੇ ਵੱਡੇ ਸਾਡੇ ਦੇ ਲੋਕ ਵੀ ਬੜੇ ਭੁੱਲਣਹਾਰ ਹੈ। 5 ਸਾਲਾਂ ਬਾਅਦ ਤਾਂ ਵੈਸੇ ਅਸੀਂ ਦੁਬਾਰਾ ਲੈ ਆਉਂਦੇ। ਕਾਂਗਰਸ ਪਾਰਟੀ ਨੇ ਜੇ ਆਪਾਂ ਉਵੇਂ ਗਣੀਏ ਤਾਂ ਸਿੱਖੀ ਦੀ ਗੱਲ ਕਰੀਏ, ਮੈਂ ਕਰਦਾ ਨਹੀਂ, ਮੈਂ ਪੰਜਾਬੀ ਦੀ ਗੱਲ ਕਰਦਾ ਹੁੰਦਾ, ਪਰ ਜੇ ਸਿੱਖੀ ਦੀ ਦੁਸ਼ਮਣੀ ਨੂੰ ਵੇਖਣਾ ਹੋਵੇ ਤਾਂ ਕਾਂਗਰਸ ਪਾਰਟੀ ਤੋਂ ਵੱਡੀ ਦੁਸ਼ਮਣ ਪਾਰਟੀ ਨਹੀਂ ਹੈਗੀ ਪੰਜਾਬ ਦੀ। ਅਸੀਂ ਤਾਂ ਫਿਰ 2 ਵਾਰੀ ਸਰਕਾਰ ਬਣਾਤੀ ਉਹਨਾਂ ਦੀ। ਤਾਂ ਅਸੀਂ ਤਾਂ ਬਿਲਕੁਲ ਉਹ ਲੋਕ ਅਜੀਬ ਭੋਲੇ ਭਾਲੇ ਲੋਕ ਹੈ ਕਿ ਜਿਹੜੇ ਮਤਲਬ ਸਿਰਫ ਇਸ ਕਰਕੇ ਭੁੱਲ ਜਾਂਦੇ ਵੀ ਇਹ ਮਾੜਾ ਬੈਠਾ ਹੈ, ਉਹ ਮਗਰਲਾ ਚੰਗਾ ਹੋ ਜਾਂਦਾ ਹੈ। ਤਾਂ ਇਹਨਾਂ ਦਾ ਸਿਸਟਮ ਇਹਨਾਂ ਨੇ ਇਹ ਬਣਾਇਆ ਕਿ ਆਪਣੇ 5 ਸਾਲਾਂ 'ਚ ਇੰਨਾ ਤੰਗ ਕਰ ਦਿਓ ਕਿ ਉਦੋਂ ਪਿਛਲੇ ਚੰਗੇ ਹੋ ਜਾਣ। ਤੇ ਹੁਣ ਐਤਕੀ ਮੇਲਾ ਇਹਨਾਂ ਦਾ ਥੋੜ੍ਹਾ ਜਿਹਾ ਡਿਫਰੈਂਟ ਤਾਂ ਹੋ ਗਿਆ ਕਿ ਉਹ ਨਵੇਂ ਗਾਹਕ ਆ ਗਏ ਜਿਹੜੇ ਹੈਗੇ ਆ, ਉਹ ਸਾਰਾ ਗੜਬੜ ਹੋਇਆ ਹੋਇਆ। ਉਹ ਜਿਹੜੇ ਲੋਕਾਂ ਕੋਲ ਤਾਂ ਲੁੱਟ ਖੋਹ ਦਾ ਪੈਸਾ ਹੈ ਨਹੀਂਗਾ, ਉਹ ਤਾਂ ਇੱਕ ਆਮ ਆਦਮੀ, ਉਹਦੇ ਕੋਲ ਤਾਂ ਕਿੰਨਾ ਕੁ ਐਕਸਟੋਰਟ ਕਰੋਗੇ ਤੁਸੀਂ। ਇਹ ਜਿਹੜੇ ਲੁੱਟ ਖੋਹ ਨਾਲ ਭਰੇ ਹੋਏ ਜਿਹੜੇ ਇਹ ਚਿੱਚੜ ਮੈਂ ਕਹਿੰਦਾ ਹੁੰਦਾ, ਲੋਭ ਦੇ ਭਰੇ ਹੋਏ ਲੋਕਾਂ ਦੇ, ਉਹਨਾਂ ਨੂੰ ਹੁਣ ਖਾਣ ਵਾਸਤੇ ਜਿਹੜੇ ਆਪ ਪਾਰਟੀ ਦੇ ਜਿਹੜੇ ਚਿੱਚੜ ਉਹਨਾਂ ਨੂੰ ਚਿੰਬੜ ਗਏ ਆ, ਉਹ ਖਾਣ ਇੱਕ ਦੂਜੇ ਨੂੰ। ਚੰਗੀ ਗੱਲ ਹੈ, ਪੰਜਾਬ ਦੇ ਭਲੇ ਵਿੱਚ ਜਾਂਦੀ ਹੈ। ਕੁਛ ਟਾਈਮ ਇਹਨਾਂ ਦਾ ਆਪਸੀ ਇਸ ਖਿੱਚ ਧੂਚ ਨਿਕਲੂਗਾ ਤਾਂ ਆਮ ਲੋਕ ਜਿਹੜੇ ਹੈਗੇ ਉਹਨਾਂ ਨੂੰ ਸ਼ਾਇਦ ਕੋਈ ਰਿਲੀਫ ਮਿਲੇ, ਜਿਹੜੀ ਕਿ ਦਿਖਾਈ ਤਾਂ ਨਹੀਂ ਦਿੰਦੀ, ਪਰ ਫਿਰ ਵੀ ਜਿਹੜੀ ਹੈ ਇਹ ਆਉਣ ਵਾਲੇ ਸਮੇਂ 'ਚ ਛੁਪ ਸਕੇ। ਦੂਜਾ ਇਹਦਾ ਇਹ ਹੈ ਕਿ ਇਹਨਾਂ ਚਿੱਚੜਾਂ ਨੂੰ ਵੀ ਪਤਾ ਲੱਗੂਗਾ, ਜਿਹੜੇ ਅੱਜ ਚਿੱਚੜਾਂ ਨੂੰ ਅਸੀਂ ਖਾ ਕੇ ਮੋਟੇ ਹੋ ਰਹੇ ਹਾਂ, ਕੱਲ੍ਹ ਨੂੰ ਸਾਨੂੰ ਖਾਣ ਵਾਸਤੇ ਵੀ ਆਉਣਗੇ। ਤਾਂ ਇਸ ਕਰਕੇ ਇੱਕ ਡਰ ਦਾ ਮਾਹੌਲ ਇਹਨਾਂ ਦੇ ਵਾਸਤੇ ਹੈਗਾ ਕਿ ਹੁਣ ਜੇਲ੍ਹਾਂ ਜਿਹੜੀਆਂ ਹੈਗੀਆਂ ਉਹ ਪੋਲੀਟੀਸ਼ੀਅਨ ਵਾਸਤੇ ਵੀ ਬਣ ਗਈਆਂ, ਪਰ ਜਿਸ ਦਿਨ ਇਹ ਜੇਲ੍ਹਾਂ ਅਫਸਰਾਂ ਵਾਸਤੇ ਬਣ ਗਈਆਂ ਉਹਦੇ 1 ਮਿੰਟ ਵਿੱਚ ਜਿਹੜਾ ਸਿਸਟਮ ਸਾਫ਼ ਹੋਊਗਾ। ਅਫਸਰ ਵਾਸਤੇ ਇਹ ਜੇਲ੍ਹ ਨਹੀਂ ਬਣੀ। ਇਹ ਜਿਹੜੀ ਬਿਊਰੋਕਰੇਟ ਲੌਬੀ ਹੈ, ਸਭ ਤੋਂ ਖਤਰਨਾਕ ਜਿਹੜੇ ਹੈਗੇ ਨਾ, ਇਹ ਅਸਲ ਦੇ ਵਿੱਚ ਅਸਲੀ ਬਦਮਾਸ਼ੀ ਇਹਨਾਂ ਦੀ, ਜਿਨ੍ਹਾਂ ਨੇ ਸਭ ਨੂੰ ਕਬਜ਼ ਕੀਤਾ ਹੋਇਆ। ਜਿੱਦਾਂ ਅਫਸਰ ਅੰਦਰ ਜਾਣ ਲੱਗ ਪਏ ਉਹਦੇ ਵੇਖਿਆ ਜੀ ਕਿਵੇਂ ਸੁਧਾਰ ਹੁੰਦਾ। ਤੇ ਕੋਸ਼ਿਸ਼ ਕਰਾਂਗੇ ਜੇ ਪ੍ਰਮਾਤਮਾ ਨੇ ਸਾਹ ਬਖਸ਼ੇ ਤੇ ਸਮਾਂ ਬਖਸ਼ਿਆ ਤੇ ਅਫਸਰਾਂ ਨੂੰ ਵੀ ਦੱਸਾਂਗੇ ਕੁਛ ਨੂੰ ਵੀ, ਜਿਹੜੀ ਜੇਲ੍ਹ ਦੀ ਜਗ੍ਹਾ ਹਰ ਇੱਕ ਵਾਸਤੇ ਹੁੰਦੀ ਹੈ। ਕੋਈ ਇਹ ਨਹੀਂ ਵੀ ਤੁਸੀਂ ਅਫਸਰ ਬਣ ਗਏ ਤਾਂ ਤੁਹਾਡੇ ਵਾਸਤੇ ਨਹੀਂ ਹੈਗੀ। ਰਸਤਾ ਤਾਂ ਖੁੱਲ੍ਹ ਗਿਆ, ਆਉਣ ਵਾਲੇ ਸਮੇਂ ਪ੍ਰਮਾਤਮਾ ਹੋਰ ਇਹਨੂੰ ਅੱਛਾ ਲੈ ਕੇ ਜਾਊਗਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਇਹ ਸਨ ਸਾਡੇ ਨਾਲ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ, ਜਿਨ੍ਹਾਂ ਨੇ ਵਿਵਾਕੀ ਦੇ ਨਾਲ ਉਹ ਗੱਲਾਂ ਕੀਤੀਆਂ ਨੇ ਜਿਹੜੀਆਂ ਪਹਿਲਾਂ ਵੀ ਕਰਦੇ ਨੇ, ਪਰ ਪੱਤਰਾਂ ਦਾ ਜ਼ਿਕਰ ਕੀਤਾ ਗਿਆ ਕਿ ਡੀਜੀਪੀ ਨੂੰ ਚਿੱਠੀ ਲਿਖਦਾ, ਉਸ ਦੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ। ਤਾਂ ਹੁਣ ਦੇਖਣਾ ਹੋਵੇਗਾ ਕਿ ਹੁਣ ਵਾਲੀ ਸਰਕਾਰ ਪੁਰਾਣਿਆਂ ਦੇ ਮੁਕਾਬਲੇ ਕਿੰਨਾ ਸਹੀ ਕੰਮ ਕਰਦੀ ਹੈ ਔਰ ਜਿਹੜੀਆਂ ਇਹਨਾਂ ਨੇ ਮੁੱਦੇ ਚੁੱਕੇ ਨੇ ਉਸ ਦੇ ਉੱਤੇ ਕਿੰਨਾ ਖਰਾ ਉਤਰਦੀ ਹੈ ਸਰਕਾਰ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।